Good morning, my students. I hope you all are doing well. Due to the continuous extension of holidays announced by the Punjab government, there has a there has been a significant loss in your studies. Therefore, until the schools reopen, your studies will continue online. I hope that all of you will actively participate and put in your best efforts to make this learning effective. ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਛੁੱਟੀਆਂ ਦੇ ਵਿੱਚ ਵਾਧੇ ਕਰਕੇ ਬੇਟਾ ਤੁਹਾਡੀ ਪੜ੍ਹਾਈ ਜਿਹੜੀ ਹੈਗੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ। ਇਸ ਕਰਕੇ ਅਸੀਂ ਜਿਹੜੀ ਹੁਣ ਸਟੱਡੀ ਤੁਹਾਡੀ ਹੈਗੀ ਹੈ ਕੁਝ ਦਿਨਾਂ ਤੱਕ ਔਨਲਾਈਨ ਹੀ ਕਰਾਂਗੇ ਤਾਂ ਕਿ ਤੁਹਾਡੇ ਜਿਹੜੇ ਕਨਸੈਪਟ ਐਂਡ ਤੁਸੀਂ ਆਪਣੇ ਆਪ ਨੂੰ ਸਟੱਡੀ ਦੇ ਨਾਲ ਜਿਹੜਾ ਹੈਗਾ ਉਹ ਥੋੜ੍ਹਾ ਬੰਨ੍ਹ ਕੇ ਰੱਖ ਸਕੋ। ਤੁਹਾਨੂੰ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਦਿਮਾਗ ਦੇ ਵਿੱਚ ਤੁਹਾਡੇ ਸਕਿਪ ਨਾ ਹੋਣ। ਚਲੋ ਅੱਜ ਜਿਹੜਾ ਆਪਾਂ ਚੈਪਟਰ ਸ਼ੁਰੂ ਕਰਨਾ ਆ ਉਹਦਾ ਨਾਮ ਹੈਗਾ ਰਿਸੋਰਸਿਸ ਟਾਈਪਸ and conservation. So students, let us begin your first chapter, types of resources and conservation. First of all, we can discuss about the definition of resources. What is resources? Resources refers to any material or means that can be either natural or man-made and is used to fulfill human needs. Such materials are called resources. With the origin of the human beings, their needs also began. In the beginning, human needs were very limited, such as food, water, and rest. However, with the development of the humans, their needs also increased. As human needs grow, people begin to look around their surroundings to fulfill those needs. They started using natural resources such as like soil, trees, water and stones. ਜਿੱਦਾਂ ਹੀ ਮਨੁੱਖ ਦੀ ਬੇਟਾ ਉਤਪੱਤੀ ਹੋਈ ਉਹਦੇ ਨਾਲ ਹੀ ਉਹਦੀ ਲੋੜਾਂ ਦਾ ਵੀ ਆਰੰਭ ਹੋਇਆ। ਸ਼ੁਰੂ ਵਿੱਚ ਉਸ ਦੀਆਂ ਲੋੜਾਂ ਬਹੁਤ ਘੱਟ ਜਾਂ ਸੀਮਤ ਸੀ ਹੈ ਨਾ, ਜਿਵੇਂ ਕਿ ਲਗਾ ਲਓ ਖਾਣ ਪੀਣ ਆਰਾਮ ਆਦਿ। ਪਰੰਤੂ ਹੌਲੀ ਹੌਲੀ ਜਿਵੇਂ ਉਹਦਾ ਵਿਕਾਸ ਹੁੰਦਾ ਗਿਆ ਜਾਂ ਅਸੀਂ ਕਹਿ ਲਈਏ ਕਿ ਉਹਦਾ ਮੈਂਟਲੀ ਡਿਵੈਲਪਮੈਂਟ ਹੁੰਦੀ ਗਈ ਉੱਦਾਂ ਉੱਦਾਂ ਉਹਦੀ ਲੋੜਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ। ਹੁਣ ਉਹਨੇ ਆਪਣੀ ਲੋੜਾਂ ਦੀ ਪੂਰਤੀ ਕਰਨ ਵਾਸਤੇ ਆਪਣੇ ਆਲੇ ਦੁਆਲੇ ਦੇਖਣਾ ਸ਼ੁਰੂ ਕਰਤਾ। ਮਿੱਟੀ, ਪਾਣੀ, ਪੇੜ ਪੌਦਿਆਂ ਨੂੰ ਯੂਜ਼ ਵਿੱਚ ਲਿਆਉਣਾ ਸ਼ੁਰੂ ਕਰਤਾ। ਹੌਲੀ ਹੌਲੀ ਉਹਨੇ ਇਹਨਾਂ ਤੋਂ ਆਪਣੀ ਦੈਨਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਸਾਧਨ ਬਣਾ ਲਏ। ਜੇਕਰ ਅਸੀਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਸਾਧਨ ਹੁੰਦੇ ਕੀ ਨੇ, ਤਾਂ ਬੇਟਾ ਉਹ ਸਾਧਨ ਜਿਹੜੇ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਨ ਵਾਸਤੇ ਮਨੁੱਖ ਦੇ ਵੱਲ ਜਾਂ ਕੁਦਰਤ ਵੱਲੋਂ ਬਣਾਏ ਜਾਂਦੇ ਹਨ, ਉਹਨਾਂ ਨੂੰ ਅਸੀਂ ਰਿਸੋਰਸਿਸ ਕਹਿੰਦੇ ਹਾਂ। ਠੀਕ ਹੈ। Now we will describe its types. The first types is biotic and abiotic resources. ਬੇਟਾ ਹੁਣ ਦਿਮਾਗ ਦੇ ਵਿੱਚ ਇਹ ਵੀ ਚੀਜ਼ ਆਉਂਦਾ ਹੋਊਗਾ ਕਿ ਬਾਇਓਟਿਕ ਦਾ ਮਤਲਬ ਕੀ ਹੈ ਅਤੇ ਬਾਇਓਟਿਕ ਦਾ ਮਤਲਬ ਕੀ ਹੈ। ਬਾਇਓਟਿਕ means those resources that are obtained from living organisms. These include plants, animals, human, forest, fishes, etc. ਬਾਇਓਟਿਕ ਨੂੰ ਆਪਾਂ ਜੀਵਨ ਸਰੋਤ ਕਹਿ ਦਿੰਦੇ ਹਾਂ। ਇਹ ਉਹ ਸਰੋਤ ਨੇ ਜਿਹੜੇ ਸਾਨੂੰ ਸਾਹ ਲੈਣ ਵਾਲੀਆਂ ਚੀਜ਼ਾਂ ਤੋਂ ਮਿਲਦੇ ਨੇ, ਜਿਵੇਂ ਮੰਨ ਲਓ ਪੌਦੇ ਹੋ ਗਏ, ਜਾਨਵਰ ਹੋ ਗਏ, ਹਿਊਮਨ ਬੀਇੰਗਸ ਹੋ ਗਏ, ਜੰਗਲ ਹੋ ਗਏ, ਮੱਛੀਆਂ ਹੋ ਗਈਆਂ। ਠੀਕ ਹੈ। ਐਂਡ ਅਨਦਰ ਵਨ ਇਜ਼ ਅਬਾਇਓਟਿਕ ਰਿਸੋਰਸਿਸ। Abiotic resources are non-living sources found in the nature. These include land, water, air, mineral, rocks, sunlight, etc. मतलब ਅਜੀਵਤ ਰਿਸੋਰਸਿਸ ਇਹ ਉਹ ਸਰੋਤ ਨੇ ਬੇਟਾ ਜੋ ਜੀਵਤ ਨਹੀਂ ਹੁੰਦੇ, ਇਹ ਸਾਹ ਨਹੀਂ ਲੈਂਦੇ। ਹੁਣ ਦੇਖ ਲਓ ਤੁਸੀਂ ਆਪਣੇ ਆਲੇ ਦੁਆਲੇ, ਜਿਵੇਂ ਜ਼ਮੀਨ ਹੋ ਗਈ, ਪਾਣੀ ਹੋ ਗਿਆ, ਹਵਾ ਹੋ ਗਈ, ਖਣਿਜ ਹੋ ਗਿਆ, ਪੱਥਰ ਹੋ ਗਈ, ਹੈ ਨਾ, ਧੁੱਪ ਹੋ ਗਿਆ। ਇਹ ਕਿਤੇ ਨਾ ਕਿਤੇ ਸਾਡੀਆਂ ਲੋੜਾਂ ਨੂੰ ਤਾਂ ਪੂਰੀ ਕਰਦੇ ਆ। ਇਸ ਕਰਕੇ ਅਸੀਂ ਇਹਨਾਂ ਦੋਨਾਂ ਨੂੰ ਬਾਇਓਟਿਕ ਐਂਡ ਅਬਾਇਓਟਿਕ ਰਿਸੋਰਸਿਸ ਕਹਿੰਦੇ ਹਾਂ ਬੇਟਾ। ਠੀਕ ਹੈ। ਅਤੇ ਹੁਣ ਸਾਡੇ ਕੋਲ ਜਿਹੜਾ ਨੈਕਸਟ ਹੈਗਾ ਉਹ ਹੈਗਾ ਸਾਡੇ ਕੋਲ ਰੀਨਿਊਏਬਲ ਐਂਡ ਨੋਨ ਰੀਨਿਊਏਬਲ ਰਿਸੋਰਸਿਸ। ਇਹਨੂੰ ਅਸੀਂ ਐਗਜ਼ੌਸਟਿਬਲ ਅਤੇ ਇਨਐਗਜ਼ੌਸਟਿਬਲ ਰਿਸੋਰਸਿਸ ਕਹਿ ਦਿੰਦੇ ਹਾਂ। ਹੁਣ ਇਹਨਾਂ ਨੂੰ ਡਿਸਕਰਾਈਬ ਕਿੱਦਾਂ ਕਰਨਾ ਆ ਬੇਟਾ। ਐਗਜ਼ੌਸਟਿਬਲ ਰਿਸੋਰਸਿਸ ਉਹ ਰਿਸੋਰਸਿਸ ਨੇ ਜਿਹੜੇ ਸੀਮਿਤ ਹੁੰਦੇ ਨੇ,
ਤੇ ਲਗਾਤਾਰ ਯੂਜ਼ ਕਰਨ ਦੇ ਨਾਲ ਖਤਮ ਵੀ ਹੋ ਸਕਦੇ ਨੇ। ਫੋਰ ਐਗਜ਼ਾਮਪਲ ਕੋਇਲਾ ਹੋ ਗਿਆ, ਪੈਟਰੋਲ ਹੋ ਗਿਆ, ਜਾਂ ਕੁਦਰਤੀ ਗੈਸ ਹੋ ਗਿਆ ਨਾ। In English we can say that exhaustive resources are limited in quantity and can be exhausted if used continuously. For example, coal, petroleum, natural gas. Another one is inexhaustive resources. Inexhaustive resources are limited and do not get exhausted by use. For example, sunlight, air, wind. ਇਨਐਗਜ਼ੌਸਟੇਬਲ ਬੇਟਾ ਹੁੰਦੇ ਆ ਜਿਹੜੇ ਨਹੀਂ ਖਤਮ ਹੋਣ ਵਾਲੇ। ਹੁਣ ਉਹ ਕਿਹੜੇ ਨੇ? ਜਿਹੜੇ ਅਸੀਮਿਤ ਨੇ, ਠੀਕ ਹੈ। ਹੁਣ ਇਹ ਲਗਾਤਾਰ ਵਰਤੋਂ ਦੇ ਨਾਲ ਨਹੀਂ ਖਤਮ ਹੁੰਦੇ। ਫੋਰ ਐਗਜ਼ਾਮਪਲ ਜਿਵੇਂ ਸਨਲਾਈਟ ਹੋ ਗਈ, ਵਿੰਡ ਹੋ ਗਈ, ਹੈ ਨਾ। ਇਹ ਜਿਹੜੇ ਹੈਗੇ ਸਾਡੇ ਕੋਲੋਂ ਕੀ ਹੈ, ਇਹ ਇਨਐਗਜ਼ੌਸਟੇਬਲ ਨੇ, ਠੀਕ ਹੈ ਬੇਟਾ। ਹੁਣ ਸਾਡੇ ਕੋਲੋਂ ਜਿਹੜਾ ਹੈਗਾ ਤੁਹਾਡਾ ਤੁਹਾਡੇ ਬੁੱਕ ਦੇ ਵਿੱਚ ਪੋਟੈਂਸ਼ੀਅਲ ਅਤੇ ਡਿਵੈਲਪਡ ਰਿਸੋਰਸਿਸ ਦਿੱਤੇ ਗਏ ਨੇ। ਹੁਣ ਪੋਟੈਂਸ਼ੀਅਲ ਰਿਸੋਰਸਿਸ ਤੋਂ ਆਪਾਂ ਕੀ ਸਮਝਦੇ ਹਾਂ? ਪੋਟੈਂਸ਼ੀਅਲ ਰਿਸੋਰਸਿਸ ਆਰ ਦੋਜ਼ ਰਿਸੋਰਸਿਸ ਦੈਟ ਐਗਜ਼ਿਸਟ ਇਨ ਏ ਰੀਜਨ but are not fully utilized due to lack of technology or capital. For example, wind energy in coastal areas. Potential ਸਰੋਤ ਬੇਟਾ ਉਹ ਰਿਸੋਰਸਿਸ ਨੇ ਜਿਹੜੇ ਸਾਡੇ ਕੋਲੋਂ ਕਿਸੇ ਖੇਤਰ ਵਿੱਚ ਮੌਜੂਦ ਤਾਂ ਹੈ, ਪਰ ਟੈਕਨੋਲੋਜੀ ਕਹਿ ਲਓ ਜਾਂ ਪੈਸੇ ਦੀ ਘਾਟ ਕਰਕੇ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਯੂਜ਼ ਨਹੀਂ ਕਰ ਸਕੇ। ਹੁਣ ਇਹਨੂੰ ਐਗਜ਼ਾਮਪਲ 'ਤੇ ਕੀ ਦੇਵਾਂਗੇ ਇਹਦੀ? ਮੰਨ ਲਓ ਕਿ ਜਿਵੇਂ ਸਮੁੰਦਰੀ ਇਲਾਕਿਆਂ ਵਿੱਚ ਹੈ ਨਾ, ਹਵਾ ਊਰਜਾ, ਇਹਨੂੰ ਅਸੀਂ ਯੂਜ਼ ਨਹੀਂ ਕਰ ਸਕਦੇ, ਠੀਕ ਹੈ। ਹੁਣ ਡਿਵੈਲਪਡ ਰਿਸੋਰਸਿਸ ਕਿਹੜੇ ਬੇਟਾ? ਡਿਵੈਲਪਡ ਰਿਸੋਰਸਿਸ ਆਰ ਦੋਜ਼ ਰਿਸੋਰਸਿਸ which have been survived, their quality and quantity are known and they are being used. For example, coal mines and cultivable land. ਡਿਵੈਲਪਡ ਸਰੋਤ ਬੇਟਾ ਉਹ ਸਰੋਤ ਨੇ ਜਿਨ੍ਹਾਂ ਦੀ ਮਾਤਰਾ ਅਤੇ ਗੁਣਵੱਤਾ ਤਾਂ ਸਾਨੂੰ ਪਤਾ ਆ, ਠੀਕ ਹੈ। ਅਸੀਂ ਉਹਨੂੰ ਯੂਜ਼ ਵੀ ਕਰ ਰਹੇ ਹਾਂ ਅਤੇ ਲਗਾਤਾਰ ਉਹਨਾਂ ਨੂੰ ਯੂਜ਼ ਕਰਦੇ ਜਾ ਰਹੇ ਹਾਂ। ਫੋਰ ਐਗਜ਼ਾਮਪਲ ਸਾਡੇ ਕੋਲੋਂ ਕੋਲ ਮਾਈਨਸ ਹੋ ਗਈਆਂ, ਠੀਕ ਹੈ। ਖੇਤੀ ਕਰਨ ਵਾਸਤੇ ਸਾਡੇ ਕੋਲ ਜ਼ਮੀਨ ਹੋ ਗਈ, ਸਾਨੂੰ ਇਹਨਾਂ ਦਾ ਯੂਜ਼ ਕਰਨਾ ਪਤਾ ਅਤੇ ਅਸੀਂ ਇਹਨਾਂ ਨੂੰ ਯੂਜ਼ ਕਰ ਵੀ ਰਹੇ ਹਾਂ। ਇਹ ਕੀ ਹੈ? ਡਿਵੈਲਪਡ। ਤਾਂ ਪੋਟੈਂਸ਼ੀਅਲ ਕੀ ਹੈ? ਜਿਨ੍ਹਾਂ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਯੂਜ਼ ਕਰਾਂਗੇ, ਜਾਂ ਸਾਡੇ ਕੋਲ ਟੈਕਨੋਲੋਜੀ ਨਹੀਂ ਹੈਗੀ ਉਹਨੂੰ ਯੂਜ਼ ਕਿਵੇਂ ਕਰਨਾ ਹੈ, ਠੀਕ ਹੈ ਬੇਟਾ। ਅਤੇ ਨੈਕਸਟ ਸਾਡੇ ਕੋਲ ਹੈਗਾ ਪੁੱਤਰ ਜੀ ਸੋਇਲ ਐਂਡ ਲੈਂਡ ਰਿਸੋਰਸਿਸ। What is soil resources? What are soil resources? Soil resources are very important for agriculture. Soil provides nutrients to plants and support crop growth. In other words, we can say that it is the uppermost layer of the earth. है ना बेटा? ਮਿੱਟੀ ਜਿਹੜੀ ਹੈਗੀ ਆ ਉਹ ਖੇਤੀਬਾੜੀ ਲਈ ਬਹੁਤ ਮਹੱਤਵਪੂਰਨ, ਜਾਂ ਇੱਦਾਂ ਕਹਿ ਲਈਏ ਕਿ ਧਰਤੀ ਦੀ ਉੱਪਰਲੀ ਪਰਤ ਨੂੰ ਜਿਹੜਾ ਹੈਗਾ ਅਸੀਂ ਮਿੱਟੀ ਕਹਿ ਦਿੰਦੇ ਹਾਂ। ਮਿੱਟੀ ਜਿਹੜੀ ਹੈਗੀ ਪੌਦਿਆਂ ਨੂੰ ਪੋਸ਼ਕ ਤੱਤ ਵੀ ਦਿੰਦੀ ਹੈ, ਠੀਕ ਹੈ। ਹੁਣ ਤੁਹਾਡੇ ਦਿਮਾਗ ਦੇ ਵਿੱਚ ਇਹ ਹੋਊਗਾ ਕਿ ਸੋਇਲ ਅਤੇ ਲੈਂਡ ਜਿਹੜੇ ਹੈਗੇ ਦੋਨੋਂ ਸਿਮੀਲਰ ਵਰਡ ਨੇ। ਬੇਟਾ ਡਿਫਰੈਂਸ ਆ। ਸੋਇਲ ਧਰਤੀ ਦੀ ਉੱਪਰਲੀ ਪਰਤ ਜਿਹਨੂੰ ਅਸੀਂ ਯੂਜ਼ ਨਹੀਂ ਕਰ ਰਹੇ ਅਜੇ, ਠੀਕ ਹੈ, ਉਹ ਐਜ਼ ਇਟ ਇਜ਼ ਉੱਦਾਂ ਹੀ ਆ। ਅਤੇ ਲੈਂਡ ਰਿਸੋਰਸਿਸ ਉਹ ਆ ਜਿਹਨੂੰ ਅਸੀਂ ਆਪਣੇ ਕੰਮ ਵਾਸਤੇ ਯੂਜ਼ ਵੀ ਕਰ ਰਹੇ ਹਾਂ, ਠੀਕ ਹੈ। ਭਾਵੇਂ ਉਹ ਖੇਤੀਬਾੜੀ ਹੋ ਗਈ, ਭਾਵੇਂ ਉਹ ਰਹਿਣ ਵਾਸਤੇ ਘਰ ਹੋ ਗਏ, ਹੈ ਨਾ, ਇੰਡਸਟਰੀਜ਼ ਹੋ ਗਈ। ਫੋਰ ਐਗਜ਼ਾਮਪਲ ਲੈਂਡ ਰਿਸੋਰਸਿਸ ਇਨਕਲੂਡ ਲੈਂਡ ਯੂਜ਼ ਫॉर ਐਗਰੀਕਲਚਰ, ਸੈਟਲਮੈਂਟ, ਇੰਡਸਟਰੀਜ਼, ਫੋਰੈਸਟ ਐਂਡ ਟਰਾਂਸਪੋਰਟੇਸ਼ਨ। And another one point is beta marine and mineral resources. Marine resources are obtained from seas and oceans. These include fish, salt, pearls, seaweed and tidal energy. ਮੈਰੀਨ ਬੇਟਾ ਸਮੁੰਦਰੀ ਸਰੋਤਾਂ ਤੋਂ ਜਿਹੜੇ ਹੈਗੇ ਸਾਨੂੰ ਮਿਲਦੇ ਨੇ, ਜਿਵੇਂ ਮੰਨ ਲਓ ਮੱਛੀਆਂ, ਨਮਕ, ਮੋਤੀ, ਸਮੁੰਦਰੀ ਘਾਹ, ਜਵਾਰ ਭਾਟਾ, ਹੈ ਨਾ, ਊਰਜਾ ਜਿਹੜੇ ਹੈਗੇ ਸਾਰੇ ਸਾਨੂੰ ਧਰਤੀ ਤੋਂ ਮਿਲਦੇ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਮੈਰੀਨ ਰਿਸੋਰਸਿਸ ਕਹਾਂਗੇ। ਸੈਕਿੰਡ ਸਾਡੇ ਕੋਲ ਹੈਗਾ ਮਿਨਰਲ ਰਿਸੋਰਸਿਸ। ਹੁਣ ਮਿਨਰਲ ਰਿਸੋਰਸਿਸ ਕੀ ਨੇ ਬੇਟਾ? ਇਹ ਧਰਤੀ ਦੀ ਪਰਤ ਤੋਂ ਪ੍ਰਾਪਤ ਹੁੰਦੇ ਨੇ, ਠੀਕ ਹੈ, ਧਰਤੀ ਤੋਂ ਹੀ ਮਿਲਦੇ ਨੇ, ਸਮੁੰਦਰ ਵਿੱਚ ਜਾਣ ਦੀ ਲੋੜ ਨਹੀਂ ਹੁੰਦੀ। ਮਿਨਰਲ ਰਿਸੋਰਸਿਸ ਆਰ ਓਬਟੇਨਡ ਫਰੋਮ ਦ ਅਰਥਸ ਕਰਸਟ। these include iron, copper, gold, coal, bauxite, ਹੈ ਨਾ। ਯੂ ਆਲਸੋ ਨੋ ਡੈਟ ਕਿ ਇਹ ਸਾਰੇ ਜਿਹੜੇ ਹੈਗੇ ਧਰਤੀ ਦੇ ਅੰਦਰੂਲੀ ਪਰਤ ਤੋਂ ਮਿਲਦੇ। ਇਸ ਕਰਕੇ ਅਸੀਂ ਇਹਨਾਂ ਨੂੰ ਮੈਰੀਨ ਅਤੇ ਮਿਨਰਲ ਰਿਸੋਰਸਿਸ ਜਿਹੜੇ ਹੈਗੇ ਆ ਉਹ ਦੋਨਾਂ ਨੂੰ ਵਿੱਚ ਡਿਵਾਈਡ ਕੀਤਾ ਹੋਇਆ ਹੈ। ਹੁਣ ਬੇਟਾ ਸਾਡੇ ਕੋਲੋਂ 6th ਪੁਆਇੰਟ ਜੋ ਤੁਹਾਡੀ ਬੁੱਕ ਦੇ ਵਿੱਚ ਹੈਗਾ ਉਹ ਹੈਗਾ ਹਿਊਮਨ ਰਿਸੋਰਸਿਸ। ਹੁਣ ਹਿਊਮਨ ਰਿਸੋਰਸਿਸ ਹੈ ਕੀ? ਹਿਊਮਨ ਰਿਸੋਰਸਿਸ refers to the people who contribute to economic activities through their skills, knowledge and physical ability, education, training and health increase the quality of human resources.
ਹਿਊਮਨ ਰਿਸੋਰਸਿਸ ਮਨੁੱਖੀ ਸਰੋਤ ਉਹ ਸਰੋਤ ਨੇ ਜੋ ਆਪਣੀ ਕਾਬਲੀਅਤ, ਗਿਆਨ ਅਤੇ ਮਿਹਨਤ ਦੇ ਨਾਲ ਜਿਹੜੇ ਹੈਗੇ ਆ ਉਹ ਆਰਥਿਕ ਵਿਕਾਸ ਵਿੱਚ ਕਹਿ ਲਓ ਕਿ ਯੋਗਦਾਨ ਪਾਉਂਦੇ ਨੇ। ਠੀਕ ਹੈ, ਹੁਣ ਇਹ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਜਾਂ ਸਿਹਤ ਸਾਈਡ ਦੇ ਵਿੱਚ ਵੀ ਬੇਟਾ ਇਹ ਬਹੁਤ ਜ਼ਿਆਦਾ ਗੁਣਵੱਤਾ ਜਾਂ ਕੁਆਲਿਟੀ ਨੂੰ ਲੈ ਕੇ ਆਉਂਦੇ ਨੇ। ਠੀਕ ਹੈ ਬੇਟਾ, ਉਹ ਹਿਊਮਨ ਰਿਸੋਰਸਿਸ ਜਿਹੜੇ ਹੈਗੇ ਉਹ ਅਖਵਾਉਂਦੇ ਨੇ। ਹੁਣ ਬੇਟਾ ਅਸੀਂ ਲਾਸਟ ਦੇ ਵਿੱਚ ਗੱਲ ਕਰਾਂਗੇ ਹੁਣ ਕੰਜ਼ਰਵੇਸ਼ਨ ਆਫ ਦੀ ਰਿਸੋਰਸਿਸ। ਹੁਣ ਅਸੀਂ ਇਹਨਾਂ ਰਿਸੋਰਸਿਸ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਹੈ। ਤੁਸੀਂ ਇਹਦੇ ਜਿਹੜੇ ਪੁਆਇੰਟਸ ਹੈਗੇ ਬੇਟਾ ਇਹਨੂੰ ਜਾਂ ਤਾਂ ਤੁਸੀਂ ਪੁਆਇੰਟਾਂ ਦੇ ਵਿੱਚ ਵੀ ਲਿਖ ਸਕਦੇ ਆ, ਹੈ ਨਾ, ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਇਹ ਲਿਖ ਸਕਦੇ ਆ। ਹੁਣ ਅਸੀਂ ਸਾਰਾ ਕੁਝ ਤਾਂ ਪੜ੍ਹ ਲਿਆ, ਸਾਨੂੰ ਪਤਾ ਹਿਊਮਨ ਰਿਸੋਰਸਿਸ ਜਿਹੜੇ ਹੈਗੇ ਜਾਂ ਸੋਰਸਿਸ ਜਿਹੜੇ ਹੈਗੇ ਆ ਇਹ ਸਾਡੇ ਬਹੁਤ ਜ਼ਿਆਦਾ ਕੰਮ ਦੇ ਆ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਰਿਸੋਰਸਿਸ ਹੈਗੇ ਸਾਡੇ ਤਾਈਓਂ ਕੰਮ ਦੇ ਵਿੱਚ ਆਉਣਗੇ ਜੇਕਰ ਅਸੀਂ ਆਉਣ ਵਾਲੀ ਜਨਰੇਸ਼ਨਸ ਵਾਸਤੇ ਇਹਨੂੰ ਬਚਾ ਕੇ ਰੱਖਾਂਗੇ। ਠੀਕ ਹੈ ਬੇਟਾ, ਹੁਣ ਫਸਟ ਆਪਾਂ ਕਹਿ ਸਕਦੇ ਹਾਂ ਪ੍ਰੀਵੈਂਟਸ ਵੇਸਟੇਜ ਆਫ ਦਾ ਲਿਮਿਟਡ ਰਿਸੋਰਸਿਸ। ਅਸੀਂ ਜਿਹੜੇ ਸਾਡੇ ਕੋਲ ਲਿਮਿਟ ਰਿਸੋਰਸਿਸ ਹੈਗੇ ਆ, ਆਪਾਂ ਗੱਲ ਕੀਤੀ ਹੈ ਨਾ ਕਿ ਉਹ ਜਿਹੜੇ ਹੈਗੇ ਆ ਰਿਸੋਰਸਿਸ ਜਿਹੜੇ ਜਲਦੀ ਖਤਮ ਹੋ ਸਕਦੇ ਆ ਉਹਨਾਂ ਨੂੰ ਲਿਮਿਟ ਕਰੀਏ। ਠੀਕ ਹੈ, ਉਹਨਾਂ 'ਤੇ ਰੋਕ ਲਗਾਈਏ। ਫਿਰ ਜਿਹੜੇ ਹੈਗੇ ਅਸੀਂ ਇਹ ਇਨਸ਼ੋਰ ਕਰੀਏ ਕਿ ਜਿਹੜੇ ਅਵੇਲੇਬਿਲਿਟੀ ਆਫ ਰਿਸੋਰਸਿਸ ਹੈਗੇ ਆ ਸਾਡੀ ਫਿਊਚਰ ਜਨਰੇਸ਼ਨ ਵਾਸਤੇ ਸੇਫ ਰਹਿਣ। ਠੀਕ ਹੈ, ਹੁਣ ਇਹ ਨਾ ਹੋਵੇ ਕਿ ਅਸੀਂ ਜਿਹੜੇ ਰਿਸੋਰਸਿਸ ਹੈਗੇ ਉਹਨਾਂ ਨੂੰ ਇੰਨਾ ਯੂਜ਼ ਕਰ ਲਿਆ, ਯੂਟੀਲਾਈਜ਼ ਕਰ ਲਿਆ ਕਿ ਆਉਣ ਵਾਲੀ ਜਨਰੇਸ਼ਨਸ ਜਿਹੜੀਆਂ ਹੈਗੀਆਂ ਉਹਨੂੰ ਲੋੜ ਪਵੇ ਤਾਂ ਸਾਨੂੰ ਆ ਕੇ ਗਾਲਾਂ ਹੀ ਕੱਢਣੀ ਕਿ ਸਾਡੇ ਪੂਰਵਜਾਂ ਨੇ ਸਾਨੂੰ ਬਚਾ ਕੇ ਕੀ ਰੱਖਿਆ। ਚਲੋ ਇਹ ਤਾਂ ਮਜ਼ਾਕ ਦੇ ਤੌਰ 'ਤੇ ਸੀ, ਲੇਕਿਨ ਹੈ ਨਾ ਸਾਡਾ ਫਰਜ਼ ਬਣਦਾ ਕਿ ਆਉਣ ਵਾਲੇ ਜਿਹੜੀ ਜਨਰੇਸ਼ਨਸ ਹੈਗੀਆਂ ਉਹਨਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਬਚਾ ਕੇ ਰੱਖੀਏ। ਬੇਟਾ ਅਗੇਨ ਨੈਕਸਟ ਸਾਡੇ ਕੋਲ ਹੈਗਾ ਆ ਪ੍ਰੋਟੈਕਟਸ ਦਾ ਇਨਵਾਇਰਮੈਂਟ। ਸਾਨੂੰ ਵਾਤਾਵਰਨ ਨੂੰ ਵੀ ਬਚਾਉਣਾ ਜਿਹੜਾ ਹੈਗਾ ਉਹ ਰਿਸੋਰਸਿਸ ਦੇ ਕੰਜ਼ਰਵੇਸ਼ਨ ਵਿੱਚ ਆਉਂਦਾ, ਕਿਉਂਕਿ ਅਸੀਂ ਗੱਲ ਕੀਤੀ ਹੈ ਨਾ ਕਿ ਕੁਝ ਚੀਜ਼ਾਂ ਜਿਹੜੀ ਸਾਨੂੰ ਹੈਗੀਆਂ ਇਨਵਾਇਰਮੈਂਟ ਦੇ ਵਿੱਚੋਂ ਮਿਲਦੀਆਂ ਜਸਟ ਲਾਈਕ ਸਾਨੂੰ ਸਮੁੰਦਰ ਦੇ ਵਿੱਚੋਂ ਵੀ ਮਿਲਦੀਆਂ ਆ, ਹੈ ਨਾ, ਧਰਤੀ ਦੇ ਉੱਪਰਲੇ ਹਿੱਸੇ ਤੋਂ ਮਿਲਦੀਆਂ ਆ, ਜਾਂ ਜਿਹੜੇ ਅਸੀਂ ਪੇੜ ਪੌਦਿਆਂ ਨੂੰ ਆਪਣੇ ਫਾਇਦੇ ਵਾਸਤੇ ਯੂਜ਼ ਕਰਦੇ ਹਾਂ, ਸਾਰੇ ਇਨਵਾਇਰਮੈਂਟ ਦਾ ਪਾਰਟ ਹੈ। ਇਸ ਕਰਕੇ ਸਾਨੂੰ ਇਨਵਾਇਰਮੈਂਟ ਨੂੰ ਵੀ ਪ੍ਰੋਟੈਕਟ ਕਰਨਾ ਪੈਣਾ। ਪ੍ਰਮੋਟਸ ਸਸਟੇਨੇਬਲ ਡਿਵੈਲਪਮੈਂਟ, ਇੱਦਾਂ ਦਾ ਵਿਕਾਸ ਕਰਨਾ ਆ ਕਿ ਜਿਹਦੇ ਨਾਲ ਸਾਡਾ ਵਿਕਾਸ ਵੀ ਹੋ ਜਾਏ ਅਤੇ ਕੁਦਰਤ ਨੂੰ ਜਾਂ ਵਾਤਾਵਰਨ ਨੂੰ ਉਹਦਾ ਨੁਕਸਾਨ ਵੀ ਨਾ ਹੋਵੇ। ਇਨਕਰੇਜ ਯੂਜ਼ ਆਫ ਰੀਨਿਊਏਬਲ ਰਿਸੋਰਸਿਸ, ਉਹਨਾਂ ਰਿਸੋਰਸਿਸ ਨੂੰ ਜ਼ਿਆਦਾ ਯੂਜ਼ ਕਰਨਾ, ਇਨਕਰੇਜ ਕਰਨਾ ਜਿਹਦੇ ਨਾਲ ਰਿਸੋਰਸਿਸ ਦਾ ਯੂਜ਼ ਵੀ ਹੋ ਜਾਏ ਅਤੇ ਉਹ ਵਾਪਿਸ ਵੀ ਆ ਜਾਣ। ਠੀਕ ਹੈ, ਇਨਕਲੂਡਸ ਰਿਸਾਈਕਲ ਐਂਡ ਰੀਯੂਜ਼ ਆਫ ਮਟੀਰੀਅਲਸ, ਅਸੀਂ ਗੱਲ ਕਰ ਹੀ ਲਈ ਹੈ। ਫਿਰ ਬੇਟਾ ਸਪੋਰਟ ਸੋਇਲ ਵਾਟਰ ਐਂਡ ਫੋਰੈਸਟ ਕੰਜ਼ਰਵੇਸ਼ਨ, ਕਿ ਫੋਰੈਸਟ ਜਿਹੜੇ ਹੈਗੇ ਸਾਨੂੰ ਧਰਤੀ ਜਿਹੜੀ ਹੈਗੀ ਅਤੇ ਪਾਣੀ ਜਿਹੜੀ ਹੈਗੀ ਹੈ ਇਹਨਾਂ ਵਾਸਤੇ ਵੀ ਸਾਂਭ ਸੰਭਾਲ ਵਾਸਤੇ ਵੀ ਉਚਿਤ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੀ ਜਨਰੇਸ਼ਨਸ ਹੈਗੀਆਂ ਜਾਂ ਸਾਡੇ ਲਈ ਵੀ ਜਿਹੜੇ ਹੈਗੇ ਹੈ ਉਹਨਾਂ ਚੀਜ਼ਾਂ ਦੀ ਅਸੀਂ ਰਿਸੋਰਸਿਸ ਨੂੰ ਜਿਹੜਾ ਹੈਗਾ ਉਹ ਬਚਾ ਕੇ ਰੱਖ। Last we can say the proper and plan use of resources help in the conservation of resources. These should not be misused, these should not be wasted or destroyed, ਕਿ ਜਿਹੜੇ ਸਾਡੇ ਰਿਸੋਰਸਿਸ ਹੈਗੇ ਆ ਇਹਨਾਂ ਦਾ ਮਿਸਯੂਜ਼ ਨਾ ਹੁੰਦਾ ਹੋਵੇ ਅਤੇ ਇਹਨਾਂ ਨੂੰ ਅਸੀਂ ਫਾਲਤੂ ਦਾ ਵੇਸਟ ਨਾ ਕਰੀਏ। ਠੀਕ ਹੈ ਬੇਟਾ, ਜੇਕਰ ਤੁਹਾਨੂੰ ਇਸ ਚੈਪਟਰ ਦੇ ਨਾਲ ਕੋਈ ਕੁਐਰੀ ਆ ਜਾਂ ਨਹੀਂ ਸਮਝ ਆਇਆ ਆ ਪੁੱਤਰ, ਤੁਸੀਂ ਮੈਨੂੰ ਕਦੇ ਵੀ ਕੋਲ ਜਾਂ ਮੈਸੇਜ ਕਰ ਸਕਦੇ ਆ। ਠੀਕ ਹੈ ਪੁੱਤਰ ਜੀ, ਅਤੇ ਵਧੀਆ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰਨਾ। ਹੈਵ ਅ ਨਾਈਸ ਡੇ, ਥੈਂਕ ਯੂ ਵੈਰੀ ਮਚ।